ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ ਤੇ ਮੈਂ ਜਸਪ੍ਰੀਤ ਕੌਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ। ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੇ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਹੁਣ ਤੱਕ ਵਿਸ਼ਵ ਭਰ ਦੇ ਵਿੱਚ ਕਰੀਬ 1.5 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ ਕੋਰੋਨਾ ਵਾਇਰਸ ਦਾ ਕਰਕੇ ਤੇ ਉੱਥੇ ਹੀ ਕਰੀਬ 22 ਲੱਖ ਲੋਕ ਇਸ ਵਾਇਰਸ ਦੀ ਭਿਆਨਕ ਬਿਮਾਰੀ ਦੇ ਨਾਲ ਪ੍ਰਭਾਵਿਤ ਨੇ। ਕੋਰੋਨਾ ਵਾਇਰਸ ਨੇ ਆਪਣੇ ਸਭ ਤੋਂ ਵੱਡੇ ਸ਼ਿਕਾਰ ਅਮਰੀਕਾ ਦੇ ਵਿੱਚ ਇੱਕ ਦਿਨ ਦੇ ਵਿੱਚ ਰਿਕਾਰਡ 4591 ਲੋਕਾਂ ਦੀ ਜਾਨ ਲੈ ਲਈ ਹੈ। ਉਧਰ ਭਾਰਤ ਵਿੱਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਤੇਜ਼ੀ ਦੇ ਨਾਲ ਵਧਦਾ ਜਾ ਰਿਹਾ ਹੈ। ਭਾਰਤ ਦੀ ਗੱਲ ਕਰੀਏ ਤਾਂ ਹੁਣ ਤੱਕ ਇੱਥੇ 14352 ਵਿਅਕਤੀ ਪੋਜ਼ਿਟਿਵ ਪਾਏ ਗਏ ਨੇ ਜਦਕਿ 486 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਦੁਨੀਆ ਦੀ ਲਗਭਗ 4% ਆਬਾਦੀ ਵਾਲਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਕੋਰੋਨਾ ਕਾਰਨ ਹੁਣ ਤੱਕ 37158 ਵਿਅਕਤੀ ਉੱਥੇ ਮਾਰੇ ਜਾ ਚੁੱਕੇ ਨੇ ਤੇ ਹੁਣ ਤੱਕ 7.10 ਲੱਖ ਤੋਂ ਵੱਧ ਵਿਅਕਤੀ ਪੋਜ਼ਿਟਿਵ ਦਰਜ ਹੋ ਚੁੱਕੇ ਨੇ। ਪੰਜਾਬ ਵਿੱਚ ਵੀ ਅੱਜ ਕੋਰੋਨਾ ਵਾਇਰਸ ਕਰਕੇ 16ਵੀਂ ਮੌਤ ਹੋ ਚੁੱਕੀ ਹੈ। ਜੀ ਹਾਂ, ਲੁਧਿਆਣਾ ਉੱਤਰੀ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ ਅਨਿਲ ਕੋਹਲੀ ਇਸ ਘਾਤਕ ਵਾਇਰਸ ਦੇ ਨਾਲ ਜੂਝਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਨੇ। ਦੱਸ ਦਈਏ ਕਿ ਅਨਿਲ ਕੋਹਲੀ ਦੀ ਉਮਰ 52 ਸਾਲਾਂ ਦੀ ਸੀ ਤੇ ਉਹ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿੱਚ ਦਾਖਲ ਸਨ। ਅਨਿਲ ਕੋਹਲੀ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ਤੇ ਸਨ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸ਼੍ਰੀ ਕੋਹਲੀ ਦੀ ਮੌਤ ਸਰੀਰ ਦੇ ਕੁਝ ਮੁੱਖ ਅੰਗਾਂ ਦੇ ਫੇਲ ਹੋਣ ਕਰਕੇ ਹੋਈ ਹੈ। ਸ਼੍ਰੀ ਕੋਹਲੀ ਦੇ ਸੰਪਰਕ ਵਿੱਚ ਰਹਿੰਦਿਆਂ ਉਹਨਾਂ ਦੀ ਪਤਨੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ, ਡਰਾਈਵਰ ਪ੍ਰਭਜੋਤ ਸਿੰਘ, ASI ਸੁਖਦੇਵ ਸਿੰਘ ਤੇ ਜ਼ਿਲ੍ਹਾ ਮੰਡੀ ਅਧਿਕਾਰੀ ਜਸਬੀਰ ਕੌਰ ਵੀ ਪੋਜ਼ਿਟਿਵ ਪਾਏ ਗਏ ਨੇ। ਸ਼੍ਰੀ ਕੋਹਲੀ ਨੇ ਲਗਭਗ 30 ਵਰੇ ਪੰਜਾਬ ਪੁਲਿਸ ਦੀ ਸੇਵਾ ਨਿਭਾਈ ਸੀ। ਲੁਧਿਆਣਾ ਵਿੱਚ ਕੋਰੋਨਾ ਵਾਇਰਸ ਕਰਕੇ ਇਹ 5ਵੀਂ ਮੌਤ ਸੀ। ਇੰਜ ਹੀ ਅੱਜ ਪੰਜਾਬ ਦੇ ਵਿੱਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ। ਇਹਨਾਂ ਵਿੱਚੋਂ 58 ਕੇਸ ਇਕੱਲੇ ਮੋਹਾਲੀ ਜ਼ਿਲ੍ਹੇ ਤੋਂ ਨੇ। ਇਸ ਤੋਂ ਪਹਿਲਾਂ ਕੱਲ ਪੰਜਾਬ ਦੇ ਵਿੱਚ 16 ਨਵੇਂ ਕੇਸ ਦਰਜ ਹੋਏ ਸਨ, ਜਿਸ ਦੇ ਨਾਲ ਹੀ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 215 ਹੋ ਗਈ ਸੀ। ਉਧਰ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਕੱਲ 7 ਕੇਸ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚੋਂ 8 ਸਾਲਾਂ ਦੀ ਇੱਕ ਲੜਕੀ ਤੇ ਇੱਕ ਸਾਲ ਦਾ ਲੜਕਾ ਵੀ ਸੀ। ਜਲੰਧਰ ਵਿੱਚ ਹੁਣ ਤੱਕ 38 ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਨੇ। ਨਾਲ ਹੀ ਖੁਸ਼ੀ ਦੀ ਖਬਰ ਵੀ ਫਰੀਦਕੋਟ ਤੋਂ ਹੈ, ਜਿੱਥੇ ਕਿ ਕੋਰੋਨਾ ਵਾਇਰਸ ਦੇ ਪਹਿਲੇ ਪੋਜ਼ਿਟਿਵ ਆਏ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚੋਂ ਅੱਜ ਕਰੀਬ 20 ਦਿਨਾਂ ਦੇ ਬਾਅਦ ਪੂਰਨ ਸਿਹਤਯਾਬੀ ਤੋਂ ਬਾਅਦ ਛੁੱਟੀ ਮਿਲ ਗਈ ਹੈ। ਅੱਜ ਮੈਡੀਕਲ ਸਟਾਫ ਵੱਲੋਂ ਆਨੰਦ ਗੋਇਲ ਦਾ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਉਣ ਉੱਤੇ ਫੁੱਲ ਭੇਂਟ ਕਰਕੇ ਤੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ ਹੈ। ਇਸ ਤੋਂ ਬਾਅਦ ਆਨੰਦ ਗੋਇਲ ਖੁਸ਼ੀ-ਖੁਸ਼ੀ ਘਰ ਲਈ ਰਵਾਨਾ ਹੋ ਗਏ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਨੂੰ ਕੁਝ ਸੰਦੇਸ਼ ਜਾਰੀ ਕੀਤੇ ਗਏ ਸਨ, ਜਿਹੜੇ ਕਿ ਹਰ ਕਿਸੇ ਨੂੰ ਯਾਦ ਹੀ ਹੋਣਗੇ। ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਲੀ ਤੇ ਥਾਲੀ ਵਜਾਉਣ ਨੂੰ ਕਿਹਾ ਗਿਆ ਸੀ ਤੇ ਉਸ ਤੋਂ ਕੁਝ ਦਿਨ ਮਗਰੋਂ ਦੀਵੇ, ਮੋਮਬੱਤੀਆਂ ਜਾਂ ਫਿਰ ਟਾਰਚ ਜਗਾਉਣ ਲਈ ਕਿਹਾ ਗਿਆ ਸੀ। ਪਰ ਹੁਣ ਕੋਰੋਨਾ ਵਾਇਰਸ ਦੇ ਖਿਲਾਫ ਲੜੀ ਜਾ ਰਹੀ ਜੰਗ ਦੇ ਚੱਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ 20 ਅਪ੍ਰੈਲ ਨੂੰ ਸ਼ਾਮ 6 ਵਜੇ ਆਪਣੇ ਘਰਾਂ ਤੋਂ ਹੀ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਤੇ ਹਰ ਹਰ ਮਹਾਦੇਵ ਦੇ ਜੈਕਾਰੇ ਲਾਉਣ ਦੀ ਅਪੀਲ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਇਸ ਸੰਬੰਧੀ ਇੱਕ ਪੱਤਰ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਿਰੁੱਧ ਵੱਡੇ ਪੱਧਰ ਉੱਤੇ ਜੰਗ ਲੜੀ ਜਾ ਰਹੀ ਹੈ ਤੇ ਜਿਸ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਕੀਤੀ ਜਾ ਰਹੀ ਹੈ। ਇਸ ਸਭ ਦੇ ਚੱਲਦਿਆਂ ਮੁੱਖ ਮੰਤਰੀ ਵੱਲੋਂ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਕੇਂਦਰ ਸਰਕਾਰ ਦੇ ਕੋਲ ਵੀ ਵਾਰ-ਵਾਰ ਪਹੁੰਚ ਕੀਤੀ ਗਈ ਹੈ। ਇਸ ਔਖੀ ਘੜੀ ਦੇ ਵਿੱਚ ਸਰਕਾਰ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੱਤਰ ਵਿੱਚ ਸੁਨੀਲ ਜਾਖੜ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ 20 ਅਪ੍ਰੈਲ ਦੀ ਸ਼ਾਮ 6 ਵਜੇ ਆਪਣੇ ਘਰਾਂ ਤੋਂ ਹੀ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਤੇ ਹਰ ਹਰ ਮਹਾਦੇਵ ਦੇ ਜੈਕਾਰੇ ਲਗਾਏ ਜਾਣ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਕੁਝ ਵੀਡੀਓਜ਼ ਕਾਫੀ ਵਾਇਰਲ ਸਨ ਕਿ ਸਰਕਾਰ ਦੇ ਵੱਲੋਂ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਜੋ ਰਾਸ਼ਨ ਆ ਰਿਹਾ ਹੈ, ਸ਼ਹਿਰਾਂ ਤੇ ਪਿੰਡਾਂ ਦੇ ਛੋਟੇ ਨੇਤਾ ਉਹਨਾਂ ਨੂੰ ਆਪਣੀ ਹੀ ਮਰਜ਼ੀ ਤੇ ਆਪਣੇ ਪੱਖ ਦੇ ਲੋਕਾਂ ਦੇ ਵਿੱਚ ਵੰਡ ਦਿੰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੋਟਿਸ ਵਿੱਚ ਵੀ ਇੱਕ ਅਜਿਹੀ ਗੱਲ ਆਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਬਠਿੰਡਾ ਦੇ DC ਨੂੰ ਫੋਨ ਕਰਕੇ ਦੋਸ਼ ਲਾਏ ਨੇ ਕਿ ਕਾਂਗਰਸੀ MC ਗਰੀਬਾਂ ਦੇ ਲਈ ਆਇਆ ਰਾਸ਼ਨ ਘਰਾਂ ਵਿੱਚ ਸਾਂਭੀ ਬੈਠੇ ਨੇ ਤੇ ਲੋਕਾਂ ਨੂੰ ਨਹੀਂ ਵੰਡਿਆ ਜਾ ਰਿਹਾ। ਸੁਖਬੀਰ ਬਾਦਲ ਦੀ DC ਦੇ ਨਾਲ ਜੋ ਗੱਲਬਾਤ ਹੋਈ ਹੈ, ਤੁਹਾਡੇ ਨਾਲ ਵੀ ਉਹ ਵੀਡੀਓ ਸਾਂਝੀ ਕਰ ਰਹੇ ਹਾਂ। ਉੱਥੇ ਸਾਰੇ MCਆਂ ਦੇ ਘਰੇ ਭੇਜਤਾ ਕਾਂਗਰਸ ਦੇ। ਸਰ
and do you know something? Then you'll realize that this will create a problem. नहीं सर, अभी जो गवर्नमेंट ऑफ इंडिया का भी आ गई सर, अभी हम डिस्ट्रीब्यूट करना नहीं शुरू नहीं किया सर अभी। यार MCO के घर में मुझे अभी स्वरूप सिंगले का फोन आया अभी, and lot of MCs have called me. आपके राशन पहुंच गया in the Congress MCs houses and the leaders list गई है। नेट पे चेक किया सर, पर हमने अभी तक गोडाउन से बाहर ही निकला नहीं सर, हमारे पास ही पड़ा है सर। एक बार चेक कर लो सर। चेक करके बताना। Do you know what? Please don't do something like that. I don't want कि ऐसे प्रोटेस्ट शुरू हो जाए, तो ऐसे घेराव शुरू हो जाए, which will create a more problem. So जो राशन आया है, please ensure that in merit it सारे ਨੂੰ मिले। इंडिविजुअल केसेस ना हो, इफ यू नीड भी स्वरूप सिंगले या किसी बंदे सारे ਨਾਲ डिस्कस कर लें कि जिथे कमी आ रही है they can convey to you। हाँ कर लो। थैंक यू। ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਦੇ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਕਣਕ ਵੇਚਣ ਨੂੰ ਲੈ ਕੇ ਜੋ ਪਾਸ ਜਾਰੀ ਕਰਨ ਦੀ ਗੱਲ ਕਹੀ ਗਈ ਹੈ, ਉਸ ਦੇ ਕਰਕੇ ਕਿਸਾਨਾਂ ਦੇ ਵਾਸਤੇ ਹੋਰ ਮੁਸ਼ਕਿਲਾਂ ਬਣ ਗਈਆਂ ਨੇ। ਪੰਜਾਬ ਦੀਆਂ ਕਈ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਬਿਨਾਂ ਪਾਸ ਤੋਂ ਕਣਕ ਮੰਡੀ ਵਿੱਚ ਲੈ ਕੇ ਜਾਣ ਤੇ ਪ੍ਰਸ਼ਾਸਨ ਦੇ ਵੱਲੋਂ ਉਹ ਫਸਲ ਨੂੰ ਵਾਪਸ ਚੁਕਾਇਆ ਗਿਆ ਹੈ। ਤਸਵੀਰਾਂ ਦੇਖ ਸਕਦੇ ਹੋ ਜੋ ਪਿੰਡ ਕੋਟ ਬੁੱਢਾ ਦੀ ਦਾਣਾ ਮੰਡੀ ਦੀਆਂ ਨੇ, ਜਿੱਥੇ ਮੌਜੂਦ ਕਿਸਾਨਾਂ ਨੇ ਕਿਹਾ ਹੈ ਕਿ ਬਹੁਤ ਮੁਸ਼ਕਿਲ ਦੇ ਨਾਲ ਅਸੀਂ ਕਣਕ ਮੰਡੀ ਦੇ ਵਿੱਚ ਲੈ ਕੇ ਆਏ ਸਾਂ, ਪਰ ਪ੍ਰਸ਼ਾਸਨ ਨੇ ਸਾਡੀ ਇੱਕ ਨਹੀਂ ਸੁਣੀ ਤੇ ਸਾਨੂੰ ਕਿਹਾ ਹੈ ਕਿ ਜੇਕਰ ਤੁਹਾਡੇ ਵੱਲੋਂ ਮੰਡੀ ਦੇ ਵਿੱਚ ਰੱਖੀ ਕਣਕ ਨੂੰ ਨਾ ਚੁੱਕਿਆ ਗਿਆ ਤਾਂ ਤੁਹਾਡੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੇ ਚੱਲਦਿਆਂ ਸਾਨੂੰ ਮਜਬੂਰ ਹੋ ਕੇ ਮੰਡੀ ਵਿੱਚ ਸੁੱਟੀ ਕਣਕ ਚੁੱਕਣੀ ਪਈ ਹੈ। ਅਸੀਂ ਕਣਕ ਪੁੱਛ ਕੇ ਆੜ੍ਹਤੀਏ ਨੂੰ ਫੇਰ ਵਢਾ ਕੇ ਤੇ ਫੇਰ ਅਸੀਂ ਇੱਥੇ ਕੀਤੀ ਆ ਜਾਂਦੀ ਤੇ ਅਸੀਂ ਬਹੁਤ ਆਵਾਜ਼ ਯਾਰ ਇੱਥੇ ਵੇਖੋ ਹੁਣ ਸਾਡੇ ਕਣਕ ਦਾ ਥੱਲੇ ਮਸ਼ੀਨ ਨਾਲ ਲੱਦਣ ਡਏ ਆ, ਥੱਲੇ ਆਟਾ ਨਿਕਲਣ ਡਿਆ ਵਾ। ਸਾਡੀ ਜਿਹੜੀ ਕਣਕ ਮੰਡੀ ਜਾਈ ਆ ਇਹ ਤੋਲੀ ਜਾਵੇ ਕਰਾਂ ਗਾਂ ਜਦੋਂ ਆਖਣਗੇ ਉਦੋਂ ਅਸੀਂ ਲਿਆਵਾਂਗੇ। ਕਿਸਾਨ ਹੁਣ ਖੁਦਕੁਸ਼ੀਆਂ ਨਾ ਕਰਨਗੇ ਤੇ ਹੋਰ ਕੀ ਕਰਨਗੇ, ਸਾਡਾ ਬਹੁਤ ਸਾਨੂੰ ਧੱਕਾ ਹੁੰਦਾ ਸਾਡੇ ਨਾਲ। ਕੀ ਪ੍ਰਸ਼ਾਸਨ ਆਇਆ ਕੀ ਕਹਿ ਰਿਹਾ? ਪ੍ਰਸ਼ਾਸਨ ਆ ਗਿਆ ਵੀ ਇਹਨੂੰ ਚੁੱਕੋ, ਇਹ ਮੰਡੀਆਂ ਦੇ ਘਰੇ ਖੜੋ ਤੇ ਸਾਨੂੰ ਹੁਣ 2,000 ਲੇਬਰ ਪੈਣੀ ਆ, ਫਿਰ ਘਰੇ ਖੜਾਂਗੇ, ਫਿਰ ਘਰੋਂ ਲੱਦ ਕੇ ਲਿਆਵਾਂਗੇ, ਸਾਨੂੰ ਖਰਚਾ ਕਿੱਥੋਂ ਦੇਵਾਂਗੇ? ਜਿਹੜੀ ਮੰਡੀ ਆਈ ਕਣਕ ਆਈ ਕੋਟ ਬੁੱਢੇ ਤੇ ਕੀ ਮਸਲਾ ਉਹ? ਮੰਡੀ ਦੇ ਵਿੱਚ ਉੱਚ ਅਫਸਰਾਂ ਵੱਲੋਂ ਹਦਾਇਤਾਂ ਨਾ 20 ਤਰੀਕ ਤੋਂ ਪਹਿਲਾਂ ਕੋਈ ਵੀ ਕਿਸਾਨ ਵੀਰ ਕਣਕ ਲੈ ਕੇ ਨਹੀਂ ਆਵੇਗਾ। ਇੱਕ ਟਰਾਲੀ ਆਈ ਕਣਕ ਉਹਨੂੰ ਪਿੱਛੇ ਮੋੜਤਾ, ਉਹਨੂੰ ਦੱਸ ਦਿੱਤਾ ਅਫਸਰਾਂ ਦੇ ਹੁਕਮ ਮੁਤਾਬਕ ਵੀ ਇਹ ਜਿਹੜੀ ਕਣਕ 20 ਤਰੀਕ ਤੋਂ ਪਹਿਲਾਂ ਤੁਸੀਂ ਨਹੀਂ ਲੈ ਕੇ ਆਏ ਤੇ ਕਣਕ ਉਹ ਹੀ ਕਿਸਾਨ ਲੈ ਕੇ ਆਊਗਾ ਜਿਸ ਦੇ ਕੋਲ ਪਾਸ ਹੋਵੇਗਾ। ਪਾਸ ਇੱਕ ਆੜ੍ਹਤੀ ਨੂੰ 5 ਪਾਸ ਮਿਲਣੇ ਆ, ਉਹ ਵਾਰੀ-ਵਾਰੀ ਕਿਸਾਨਾਂ ਨੂੰ ਸੱਦੂਗਾ ਤੇ ਵਾਰੀ-ਵਾਰੀ ਉਹ ਕਣਕ ਲੈ ਕੇ ਆਉਣਗੇ। ਬਾਕੀ ਕਿਸੇ ਵੀ ਮੰਡੀ ਵਿੱਚ ਜਿਹੜੀ ਮੇਰੀ ਚੌਂਕੀ ਦੇ ਏਰੀਆ 'ਚ ਜਿੰਨੀਆਂ ਮੰਡੀਆਂ ਕਿਤੇ ਵੀ ਕਣਕ ਨਹੀਂ ਆਈ। ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦਾ ਕਰਕੇ ਵੀ ਕਿਸਾਨਾਂ ਵਾਸਤੇ ਪਹਿਲਾਂ ਤੋਂ ਹੀ ਕਾਫੀ ਮੁਸ਼ਕਿਲਾਂ ਬਣੀਆਂ ਹੋਈਆਂ ਸਨ ਤੇ ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾਂ ਦਾ ਵਾਪਸ ਚਲੇ ਜਾਣਾ ਤੇ ਕਈ ਥਾਵਾਂ ਉੱਤੇ ਕੰਬਾਈਨਾਂ ਦਾ ਫਸਿਆ ਹੋਣਾ ਵੀ ਕਿਸਾਨਾਂ ਵਾਸਤੇ ਇੱਕ ਮੁਸ਼ਕਿਲ ਹੈ। ਇਸੇ ਦੌਰਾਨ ਹੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਵਾਸਤੇ ਇਹ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਹੋਰ ਵਧਾ ਦਿੱਤਾ ਹੈ। ਇਸ ਤਰ੍ਹਾਂ ਕਿਸਾਨਾਂ ਦੇ ਲਈ ਵਾਢੀ ਕਰਨਾ ਤੇ ਫਸਲ ਨੂੰ ਮੰਡੀਆਂ ਤੱਕ ਪਹੁੰਚਾਉਣਾ ਹੋਰ ਚੁਣੌਤੀਪੂਰਨ ਬਣ ਗਿਆ ਹੈ। ਮੌਕੇ ਉੱਤੇ ਪਹੁੰਚੇ SDM ਮਲੋਟ ਗੋਪਾਲ ਸਿੰਘ ਨੇ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ ਹੈ। ਇਸ ਦੌਰਾਨ SDM ਨੇ ਕਿਸਾਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਨੁਕਸਾਨੀ ਗਈ ਫਸਲ, ਨੁਕਸਾਨੇ ਗਏ ਖੇਤਾਂ ਦਾ ਦੌਰਾ ਵੀ ਕੀਤਾ ਹੈ। ਉਹਨਾਂ ਨੇ ਕਿਸਾਨਾਂ ਦੇ ਨਾਲ ਇਹ ਵਾਅਦਾ ਕੀਤਾ ਹੈ ਕਿ ਕਿਸੇ ਵੀ ਕਿਸਾਨ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਨਿਯਮਾਂ ਦੇ ਮੁਤਾਬਕ ਜੋ ਵੀ ਮਦਦ ਬਣੇਗੀ ਉਹ ਕੀਤੀ ਜਾਵੇਗੀ। ਸਰਕਾਰ ਪੂਰਨ ਤੌਰ ਉੱਤੇ ਕਿਸਾਨਾਂ ਦੇ ਨਾਲ ਹੈ। ਲਾਕਡਾਊਨ ਕਰਕੇ 24 ਮਾਰਚ ਤੋਂ ਦੇਸ਼ ਭਰ ਵਿੱਚ ਟੋਲ ਪਲਾਜ਼ੇ ਬੰਦ ਹਨ। ਹੁਣ ਤੱਕ ਟੋਲ ਆਪਰੇਟਰਸ ਨੂੰ ਇਸ ਦੀ ਵਜ੍ਹਾ ਨਾਲ ਕਈ ਹਜ਼ਾਰਾਂ ਲੱਖਾਂ ਦਾ ਨੁਕਸਾਨ ਵੀ ਹੋਇਆ ਹੈ। ਹੁਣ ਸਰਕਾਰ ਨੇ ਸਾਰੇ ਰਾਸ਼ਟਰੀ ਰਾਜਮਾਰਗਾਂ ਨੂੰ ਖੋਲ੍ਹਣ ਦੀ ਤਿਆਰੀ ਕਰ ਲਈ ਹੈ। 20 ਅਪ੍ਰੈਲ ਤੋਂ ਸਾਰੇ ਨੈਸ਼ਨਲ ਹਾਈਵੇ ਉੱਤੇ ਟੋਲ ਵਸੂਲਿਆ ਜਾਵੇਗਾ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ NHAI ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਸਾਰੇ ਟਰੱਕਾਂ ਅਤੇ ਮਾਲ ਵਾਲੀਆਂ ਗੱਡੀਆਂ ਜੋ ਕਿ ਇੱਕ ਸੂਬੇ ਤੋਂ ਦੂਜੇ ਸੂਬੇ ਜਾਂਦੀਆਂ ਨੇ ਉਹਨਾਂ ਨੂੰ ਪਹਿਲਾਂ ਟੋਲ ਤੋਂ ਛੋਟ ਦਿੱਤੀ ਗਈ ਸੀ, ਪਰ ਹੁਣ ਤੋਂ ਟੋਲ ਟੈਕਸ ਦੀ ਵਸੂਲੀ 20 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਸੰਕਟ ਦੇ ਚੱਲਦਿਆਂ ਅਮਰੀਕਾ ਨੇ ਭਾਰਤ ਵਾਸਤੇ ਮਦਦ ਲਈ ਹੱਥ ਵਧਾਇਆ ਹੈ। ਅਮਰੀਕਾ ਨੇ ਕੋਰੋਨਾ ਵਾਇਰਸ ਸੰਕਰਮਣ ਨੂੰ ਠੱਲਣ ਲਈ ਭਾਰਤ ਨੂੰ ਸਿਹਤ ਸਹਾਇਤਾ ਦੇ ਰੂਪ ਵਿੱਚ 448 ਕਰੋੜ ਰੁਪਏ ਦੀ ਰਕਮ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਇਸ ਰਾਸ਼ੀ ਦਾ ਇਸਤੇਮਾਲ ਬਿਮਾਰੀ ਦੇ ਪਸਾਰ ਨੂੰ ਘੱਟ ਕਰਨ ਦੇ ਨਾਲ-ਨਾਲ ਸੰਕਟਕਾਲੀਨ ਤਿਆਰੀ ਅਤੇ ਮਹਾਮਾਰੀ ਦੀ ਪ੍ਰਤੀਕਿਰਿਆ ਦੇ ਖਿਲਾਫ ਤੰਤਰ ਨੂੰ ਇਕੱਠਾ ਕਰਨ ਲਈ ਵੀ ਕਰ ਸਕਦਾ ਹੈ। ਕੋਰੋਨਾ ਵਾਇਰਸ ਨਾਲ ਨਿਪਟਣ ਲਈ ਕੀਤੀ ਗਈ ਕੋਸ਼ਿਸ਼ ਦਾ ਜ਼ਿਕਰ ਕਰਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਪਿਛਲੇ 20 ਸਾਲ ਵਿੱਚ
ਯੂਐਸ ਨੇ ਭਾਰਤ ਨੂੰ ਕਰੀਬ 21,280 ਕਰੋੜ ਦੀ ਮਦਦ ਕੀਤੀ ਹੈ, ਜਿਸ ਵਿੱਚੋਂ 10,640 ਕਰੋੜ ਰੁਪਏ ਸਿਹਤ ਸਹਾਇਤਾ ਲਈ ਦਿੱਤੇ ਗਏ ਨੇ। ਦੱਖਣੀ ਏਸ਼ੀਆ ਵਿੱਚ ਅਮਰੀਕਾ ਨੇ ਕੋਰੋਨਾ ਨਾਲ ਲੜਨ ਲਈ ਅਫਗਾਨਿਸਤਾਨ ਨੂੰ $80 ਲੱਖ, ਬੰਗਲਾਦੇਸ਼ ਨੂੰ 96 ਲੱਖ, ਭੂਟਾਨ ਨੂੰ 50 ਲੱਖ ਤੇ ਨੇਪਾਲ ਨੂੰ 18 ਲੱਖ ਡਾਲਰ ਦੀ ਸਹਾਇਤਾ ਦਿੱਤੀ ਹੈ। ਦੁਨੀਆ ਭਰ ਵਿੱਚ 22,48,500 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਨੇ। ਹਾਲੇ ਤੱਕ ਨਾ ਹੀ ਇਸ ਵਾਇਰਸ ਦੀ ਕੋਈ ਦਵਾਈ ਬਣੀ ਹੈ, ਨਾ ਹੀ ਕੋਈ ਵੈਕਸੀਨੇਸ਼ਨ ਆਇਆ ਹੈ। ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਤੇ ਭਾਰਤ ਸਮੇਤ ਕਈ ਦੇਸ਼ ਵੈਕਸੀਨ ਉੱਤੇ ਤੇਜ਼ੀ ਨਾਲ ਕੰਮ ਕਰ ਰਹੇ ਨੇ। ਇਸੇ ਦੌਰਾਨ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਵੈਕਸੀਨੋਲੋਜੀ ਵਿਭਾਗ ਦੀ ਪ੍ਰੋਫੈਸਰ ਨੇ ਸਤੰਬਰ ਤੱਕ ਕੋਰੋਨਾ ਦੀ ਵੈਕਸੀਨ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ। ਆਕਸਫੋਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਸਾਰਾ ਗਿਲਬਰਟ ਨੇ ਦਾਅਵਾ ਕੀਤਾ ਹੈ ਕਿ ਅਸੀਂ ਇੱਕ ਅਜਿਹੀ ਬਿਮਾਰੀ ਉੱਤੇ ਕੰਮ ਕਰ ਰਹੇ ਸੀ ਜਿਸ ਨੇ ਮਹਾਮਾਰੀ ਦਾ ਰੂਪ ਲੈ ਲਿਆ, ਜਿਸ ਦਾ ਨਾਮ ਐਕਸ ਰੱਖਿਆ ਗਿਆ ਸੀ। ਇਸ ਦੇ ਲਈ ਸਾਨੂੰ ਯੋਜਨਾ ਬਣਾਉਣ ਅਤੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਦੇ 12 ਟੈਸਟ ਇੱਕ ਵਿਸ਼ੇਸ਼ ਤਕਨੀਕ ਦੇ ਨਾਲ ਕੀਤੇ ਗਏ ਨੇ। ਸਾਡੇ ਕੋਲ ਇੱਕ ਖੁਰਾਕ ਤੋਂ ਹੀ ਇਮਿਊਨ ਨੂੰ ਲੈ ਕੇ ਬਿਹਤਰ ਨਤੀਜੇ ਪ੍ਰਾਪਤ ਹੋਏ ਨੇ, ਜਦੋਂ ਕਿ RNA ਅਤੇ DNA ਤਕਨਾਲੋਜੀ ਨਾਲ 2 ਜਾਂ ਵਧੇਰੇ ਖੁਰਾਕਾਂ ਦੀ ਜ਼ਰੂਰਤ ਹੈ। ਸਾਰਾ ਗਿਲਬਰਟ ਦਾ ਕਹਿਣਾ ਹੈ ਕਿ ਇਸ ਦਾ ਕਲੀਨਿਕਲ ਟ੍ਰਾਇਲ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਅਗਲੇ 15 ਦਿਨਾਂ ਦੇ ਅੰਦਰ ਟੀਕੇ ਦਾ ਇਨਸਾਨਾਂ ਉੱਤੇ ਟੈਸਟ ਕੀਤਾ ਜਾਵੇਗਾ। ਸਾਡੀ ਟੀਮ ਇਸ ਟੀਕੇ ਦੀ ਸਫਲਤਾ ਪ੍ਰਤੀ 80% ਵਿਸ਼ਵਾਸਵਾਨ ਹੈ। ਇਸ ਦੀਆਂ 10 ਲੱਖ ਖੁਰਾਕਾਂ ਇਸ ਸਾਲ ਸਤੰਬਰ ਤੱਕ ਉਪਲਬਧ ਹੋ ਜਾਣਗੀਆਂ। ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇੱਥੇ ਹੁਣ ਤੱਕ 70,000 ਦੇ ਕਰੀਬ ਮਾਮਲੇ ਸਾਹਮਣੇ ਆਏ ਨੇ। ਇਸ ਦੇ ਚੱਲਦਿਆਂ ਹੀ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪ੍ਰਿੰਸ ਚਾਰਲਸ ਅਤੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸਨ। ਜੌਨਸਨ ਦੀ ਹਾਲਤ ਵਿਗੜ ਜਾਣ ਉਤੇ ਇਸ ਨੂੰ ICU ਵਿੱਚ ਸ਼ਿਫਟ ਕਰਨਾ ਪਿਆ ਸੀ। ਹਾਲਾਂਕਿ ਹੁਣ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੈ ਤੇ ਉੱਥੇ ਹੀ ਪ੍ਰਿੰਸ ਚਾਰਲਸ ਵੀ ਕੋਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹੋ ਗਏ ਨੇ। ਭਾਰਤ ਨੇ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਦੇ ਚੱਲਦਿਆਂ ਭਾਰਤ ਦੇ ਵਿੱਚ ਨਾ ਸਿਰਫ ਲੋਕਡਾਊਨ ਜਾਰੀ ਕੀਤਾ, ਸਮਾਜਿਕ ਦੂਰੀਆਂ ਰਾਹੀਂ ਸਥਿਤੀ ਨੂੰ ਕਾਬੂ ਵਿੱਚ ਵੀ ਰੱਖਿਆ ਹੈ ਤੇ ਉਹ ਲਗਾਤਾਰ ਗੁਆਂਢੀ ਦੇਸ਼ਾਂ ਅਤੇ ਕੋਰੋਨਾ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਦੇਸ਼ਾਂ ਦੀ ਵੀ ਨਿਰੰਤਰ ਸਹਾਇਤਾ ਕਰ ਰਿਹਾ ਹੈ। ਇਹਨਾਂ ਯਤਨਾਂ ਨੂੰ ਵੇਖਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਵੀ ਭਾਰਤ ਨੂੰ ਸਲਾਮ ਕੀਤਾ ਹੈ ਤੇ ਕਿਹਾ ਹੈ ਕਿ ਦੂਜੇ ਦੇਸ਼ਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਕਿ ਮੁਸ਼ਕਲਾਂ ਦੇ ਸਮੇਂ ਬਾਕੀ ਸਭ ਗੱਲਾਂ ਨੂੰ ਭੁੱਲ ਕੇ ਕੰਮ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਗੁਤਾਰੇਸ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਭਾਰਤ ਨੇ ਹਾਲ ਹੀ ਵਿੱਚ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਹਾਈਡਰੋਕਸੀਕਲੋਰੋਕੁਇਨ, ਜੋ ਕਿ ਇੱਕ ਮਲੇਰੀਆ ਰੋਕੂ ਦਵਾਈ ਸਪਲਾਈ ਕੀਤੀ ਸੀ, ਜਿਸ ਨੂੰ ਕੋਰੋਨਾ ਵਾਇਰਸ ਦੀ ਲਾਗ ਦਾ ਸੰਭਾਵਿਤ ਇਲਾਜ ਮੰਨਿਆ ਜਾਂਦਾ ਹੈ। US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨਿਊਯਾਰਕ ਵਿੱਚ 1500 ਤੋਂ ਜ਼ਿਆਦਾ ਕੋਰੋਨਾ ਵਾਇਰਸ ਪ੍ਰਭਾਵਿਤ ਲੋਕਾਂ ਉੱਤੇ ਇਸ ਦਵਾਈ ਦੀ ਜਾਂਚ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਐਂਟੀ ਮਲੇਰੀਅਲ ਦਵਾਈ ਦੇ ਨਿਰਯਾਤ ਉੱਤੇ ਲੱਗੀ ਰੋਕ ਹਟਾ ਦਿੱਤੀ ਹੈ, ਜਿਸ ਨੂੰ COVID-19 ਦਾ ਸੰਭਾਵਿਤ ਇਲਾਜ ਮੰਨਿਆ ਜਾ ਰਿਹਾ ਹੈ। ਭਾਰਤ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ 55 ਦੇਸ਼ਾਂ ਨੂੰ ਸਹਾਇਤਾ ਤੇ ਵਪਾਰਕ ਆਧਾਰ ਉੱਤੇ ਹਾਈਡਰੋਕਸੀਕਲੋਰੋਕੁਇਨ ਸਪਲਾਈ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਹ ਸਪਲਾਈ ਅਮਰੀਕਾ ਸਮੇਤ ਕੁਝ ਹੋਰ ਦੇਸ਼ਾਂ ਦੇ ਵਿੱਚ ਵੀ ਪਹੁੰਚ ਗਈ ਹੈ। ਆਪਣੇ ਵਿਲੱਖਣ ਅਤੇ ਵੱਡੇ ਸੇਵਾ ਕਾਰਜਾਂ ਕਰਕੇ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ SP ਸਿੰਘ ਓਬਰਾਏ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਨੂੰ 1000 PPE ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਨੇ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਭੇਜਿਆ ਸਮਾਨ ਪ੍ਰਾਪਤ ਕਰਨ ਉਪਰੰਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਫਾਦਰ ਨੇ ਇਸ ਵੱਡੇ ਉਪਰਾਲੇ ਲਈ ਟਰਸਟ ਦੇ ਮੁਖੀ ਡਾਕਟਰ SP ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕਰਦਿਆਂ ਕਿਹਾ ਹੈ ਕਿ ਡਾਕਟਰ ਓਬਰਾਏ ਵੱਲੋਂ ਭੇਜੇ ਗਏ ਸਮਾਨ ਨਾਲ ਜਿੱਥੇ ਕੋਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਦਿਨ ਰਾਤ ਕੰਮ ਕਰ ਰਹੇ ਡਾਕਟਰਾਂ ਤੇ ਹੋਰਨਾਂ ਕਰਮਚਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ, ਉੱਥੇ ਹੀ ਉਹਨਾਂ ਕਿਹਾ ਹੈ ਕਿ ਡਾਕਟਰ ਓਬਰਾਏ ਹੀ ਪੂਰੀ ਦੁਨੀਆ ਅੰਦਰ ਵਾਹਿਦ ਇੱਕ ਅਜਿਹੇ ਇਨਸਾਨ ਹਨ ਜੋ ਬਿਨਾਂ ਕਿਸੇ ਸਵਾਰਥ ਦੇ ਹਰ ਲੋੜਵੰਦ ਤੱਕ ਪਹੁੰਚ ਕੇ ਉਹਨਾਂ ਦੀ ਦਿਲੋਂ ਮਦਦ ਕਰਦੇ ਨੇ। ਉਧਰ ਕੋਰੋਨਾ ਵਾਇਰਸ ਦਾ ਪੈਦਾਇਸ਼ ਕੇਂਦਰ ਚੀਨ ਮੁੜ ਸੁਰਖੀਆਂ ਵਿੱਚ ਹੈ। ਫੌਕਸ ਨਿਊਜ਼ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਵਾਇਰਸ ਚੀਨ ਦੀ ਇੱਕ ਲੈਬ ਦੇ ਵਿੱਚ ਲੀਕ ਹੋਇਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਸ ਦੀ ਜਾਂਚ ਚੱਲ ਰਹੀ ਹੈ। ਫੌਕਸ ਨਿਊਜ਼ ਦੀ ਰਿਪੋਰਟ ਅਨੁਸਾਰ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ 'ਚ ਕੰਮ ਕਰ ਰਹੇ ਇੱਕ ਇੰਟਰਨ ਨੇ ਇਸ ਨੂੰ ਗਲਤੀ ਦੇ ਨਾਲ ਲੀਕ ਕਰ ਦਿੱਤਾ ਸੀ। ਅਮਰੀਕੀ ਖੁਫੀਆ ਏਜੰਸੀਆਂ ਇਸ ਸੰਬੰਧੀ
ਜਾਣਕਾਰੀ ਹਾਸਲ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਰਿਪੋਰਟ ਮੁਤਾਬਕ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੁਨੀਆ ਦੀ ਪ੍ਰਮੁੱਖ P4 ਲੈਵਲ ਦੀ ਲੈਬ ਹੈ। ਇਹ ਵਾਇਰਸ ਇਨਫੈਕਸ਼ਨ ਸਟ੍ਰੇਨ ਰੱਖਣ, ਖੋਜ, ਪ੍ਰੀਖਣ ਦੀ ਵਿਸ਼ਵੀ ਪ੍ਰਯੋਗਸ਼ਾਲਾ ਹੈ। ਸੂਤਰਾਂ ਦੇ ਆਧਾਰ ਉੱਤੇ ਇੱਕ ਵਿਸ਼ਵ ਰਿਪੋਰਟ ਵਿੱਚ ਫੌਕਸ ਨਿਊਜ਼ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਚਮਗਾਦੜਾਂ ਦੇ ਵਿੱਚ ਸੁਭਾਵਿਕ ਤੌਰ ਤੇ ਹੀ ਉਤਪੰਨ ਹੋਣ ਵਾਲਾ ਇੱਕ ਵਾਇਰਸ ਹੈ। ਇਹ ਕੋਈ ਬਾਇਓ ਵੈਪਨ ਨਹੀਂ ਹੈ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦਾ ਅਧਿਐਨ ਵੁਹਾਨ ਪ੍ਰਯੋਗਸ਼ਾਲਾ ਵਿੱਚ ਕੀਤਾ ਜਾ ਰਿਹਾ ਹੈ। ਵਾਇਰਸ ਦਾ ਪਹਿਲਾ ਗੇੜ ਬੈਟ ਟੂ ਹਿਊਮਨ ਸੀ ਅਤੇ ਪਹਿਲਾ ਇਨਫੈਕਟਡ ਰੋਗੀ ਇਸੇ ਲੈਬ ਵਿੱਚ ਕੰਮ ਕਰ ਰਿਹਾ ਸੀ। ਵੁਹਾਨ ਵੇਟ ਬਾਜ਼ਾਰ ਨੂੰ ਸ਼ੁਰੂਆਤੀ ਦਿਨਾਂ ਵਿੱਚ ਇਸ ਵਾਇਰਸ ਦਾ ਮੂਲ ਸਥਾਨ ਮੰਨਿਆ ਜਾ ਰਿਹਾ ਸੀ, ਪਰ ਉੱਥੇ ਚਮਗਾਦੜ ਕਦੇ ਵੀ ਨਹੀਂ ਵਿਕੇ। ਹਾਲਾਂਕਿ ਚੀਨ ਨੇ ਪ੍ਰਯੋਗਸ਼ਾਲਾ ਦੀ ਜਗ੍ਹਾ ਵੇਟ ਬਾਜ਼ਾਰ ਨੂੰ ਵਾਇਰਸ ਫੈਲਾਉਣ ਲਈ ਦੋਸ਼ੀ ਠਹਿਰਾਇਆ ਹੈ। ਕੋਰੋਨਾ ਵਾਇਰਸ ਲਾਕਡਾਊਨ ਵਿਚਕਾਰ ਜੇਕਰ ਤੁਸੀਂ ਮੂੰਹ ਤੇ ਮਾਸਕ ਨਹੀਂ ਪਹਿਨਿਆ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਗੱਡੀ, ਸਕੂਟਰ, ਮੋਟਰਸਾਈਕਲ ਜਾਂ ਕਿਸੇ ਹੋਰ ਵਾਹਨ ਦੇ ਵਿੱਚ ਪੈਟਰੋਲ, ਡੀਜ਼ਲ ਭਰਵਾਉਣ ਤੋਂ ਮਨਾ ਕਰ ਦਿੱਤਾ ਜਾਵੇ। ਜੀ ਹਾਂ, ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਦੇਸ਼ ਦੇ 58,000 ਤੋਂ ਜ਼ਿਆਦਾ ਪੈਟਰੋਲ ਪੰਪ ਜਲਦ ਹੀ ਅਜਿਹੇ ਗਾਹਕਾਂ ਨੂੰ ਤੇਲ ਦੇਣ ਤੋਂ ਮਨਾ ਕਰ ਸਕਦੇ ਨੇ। ਸਰਬ ਭਾਰਤੀ ਪੈਟਰੋਲੀਅਮ ਡੀਜ਼ਲ ਸੰਗਠਨ ਪਹਿਲਾਂ ਤੋਂ ਹੀ ਨੋ ਮਾਸਕ ਨੋ ਫਿਊਲ ਨਾਮਕ ਮੁਹਿੰਮ ਚਲਾ ਰਿਹਾ ਹੈ। ਦੇਸ਼ ਭਰ ਦੇ ਪੈਟਰੋਲ ਪੰਪਾਂ ਨੇ ਲੋਕਾਂ ਨੂੰ ਈਂਧਨ ਨਾ ਦੇਣ ਦਾ ਫੈਸਲਾ ਕੀਤਾ ਹੈ। ਉਹ ਲੋਕਾਂ ਨੂੰ ਜਿਨ੍ਹਾਂ ਨੇ ਮੂੰਹ ਤੇ ਮਾਸਕ ਨਹੀਂ ਲਗਾਇਆ। ਹੁਣ ਜਨਤਾ ਨੂੰ ਬੇਨਤੀ ਹੈ ਕਿ ਜਦੋਂ ਵੀ ਉਹ ਪੈਟਰੋਲ ਪੰਪ ਉੱਤੇ ਤੇਲ ਭਰਵਾਉਣ ਦੇ ਲਈ ਜਾਣ ਤਾਂ ਆਪਣੇ ਮੂੰਹ ਤੇ ਮਾਸਕ ਪਾਉਣਾ ਲਾਜ਼ਮੀ ਬਣਾਉਣ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਲਾਕਡਾਊਨ ਦੀ ਵਜ੍ਹਾ ਨਾਲ ਯਾਤਰਾਵਾਂ ਤੇ ਕਾਰੋਬਾਰ ਬੰਦ ਹੋਣ ਕਰਕੇ ਅਪ੍ਰੈਲ ਦੇ ਪਹਿਲੇ 15 ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 60% ਤੋਂ ਵੀ ਘਟ ਰਹੀ। ਉੱਥੇ ਜੈਟ ਫਿਊਲ ਦੀ ਮੰਗ ਇਸ ਦੌਰਾਨ ਲਗਭਗ ਅਲੋਪ ਰਹੀ, ਜਦੋਂ ਕਿ ਸਿਰਫ ਰਸੋਈ ਗੈਸ ਦੀ ਵਿਕਰੀ 21% ਵਧੀ ਹੈ। ਆਵਾਜਾਈ ਉੱਤੇ ਪਾਬੰਦੀ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਪਿਛਲੇ ਕਈ ਦਿਨਾਂ ਤੋਂ ਤੇਲ ਦੀਆਂ ਕੀਮਤਾਂ ਵੀ ਸਥਿਰ ਹਨ। 20 ਅਪ੍ਰੈਲ ਤੋਂ ਲਾਕਡਾਊਨ ਵਿੱਚ ਢਿੱਲ ਸ਼ੁਰੂ ਹੋ ਜਾਵੇਗੀ ਤੇ ਕੁਝ ਕੰਮ ਵੀ ਹੋ ਸਕਣਗੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਵਾਜਾਈ ਸ਼ੁਰੂ ਹੋਵੇਗੀ ਤਾਂ ਤੇਲ ਦੀਆਂ ਕੀਮਤਾਂ ਵਿੱਚ ਦੁਬਾਰਾ ਤੋਂ ਵਾਧਾ ਹੋ ਸਕਦਾ ਹੈ, ਕਿਉਂਕਿ ਲਾਕਡਾਊਨ ਕਾਰਨ ਵਿਕਰੀ ਵਿੱਚ ਗਿਰਾਵਟ ਨੇ ਈਂਧਨ ਵਿਕਰੇਤਾਵਾਂ ਦੀ ਆਮਦਨ ਨੂੰ ਹਿਲਾ ਦਿੱਤਾ ਹੈ, ਜਦੋਂ ਕਿ BS6 ਈਂਧਨ ਲਈ ਰਿਫਾਈਨਰਾਂ ਨੇ ਵੀ ਭਾਰੀ ਨਿਵੇਸ਼ ਕੀਤਾ ਹੈ। ਧੰਨਵਾਦ।